ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਭਾਰਤ ਦੀ ਸੁਪਰੀਮ ਕੋਰਟ ਦੇ ਮੁਖੀ ਜਸਟਿਸ NV ਰਮन्ना ਨੇ ਰਾਜਸਥਾਨ ਦੀ ਵਿਧਾਨ ਸਭਾ ਦੇ ਇੱਕ ਸਮਾਗਮ ਵਿੱਚ ਬੋਲਦਿਆਂ ਭਾਰਤ ਅੰਦਰਲੀ ਜਮਹੂਰੀਅਤ ਕਮਜ਼ੋਰ ਪੈਣ ਦੇ ਮਾਮਲੇ ਨੂੰ ਬੜੇ ਜ਼ੋਰਦਾਰ ਢੰਗ ਨਾਲ ਉਠਾਇਆ ਤੇ ਉਹਨਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਭਾਰਤੀ ਜਮਹੂਰੀਅਤ ਦੇ ਅੰਦਰ ਜਿਸ ਤਰ੍ਹਾਂ ਵਿਰੋਧੀ ਧਿਰ ਦੀ ਥਾਂ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਦੇਸ਼ ਨੂੰ ਪਾਰਲੀਮਾਨੀ ਗੌਰਮੈਂਟ ਦੀ ਨਹੀਂ, ਪਾਰਲੀਮਾਨੀ ਜਮਹੂਰੀਅਤ ਦੀ ਲੋੜ ਹੈ। ਇਹੀ ਸਮੇਂ ਦੀ ਮੰਗ ਹੈ ਔਰ ਕਿਸ ਤਰ੍ਹਾਂ ਸਾਡੇ ਦੇਸ਼ ਦੇ ਅੰਦਰ ਪਾਰਲੀਮਾਨੀ ਜਮਹੂਰੀਅਤ ਜਿਹੜੀ ਹੈ ਪਿਛਲੇ ਸਮੇਂ ਦੇ ਅੰਦਰ ਕਮਜ਼ੋਰ ਹੋਈ ਹੈ ਔਰ ਕਿਸ ਤਰ੍ਹਾਂ ਜਿਹੜੀਆਂ ਸੰਵਿਧਾਨਕ ਸੰਸਥਾਵਾਂ ਉਹਨਾਂ ਦੀ ਜਿਹੜੀ ਹਾਲਤ ਬਣਾ ਦਿੱਤੀ ਗਈ ਹੈ। ਪਰ ਇੱਕੋ ਇੱਕ ਆਸ ਦੀ ਕਿਰਨ ਜਿਹੜੀ ਦੇਸ਼ ਦੇ ਲੋਕਾਂ ਨੂੰ ਨਜ਼ਰ ਆਉਂਦੀ ਹੈ, ਉਹ ਹੈ ਸੁਪਰੀਮ ਕੋਰਟ, ਸਾਡੀ ਸਰਵਉੱਚ ਨਿਆਇਆਲਾ। ਬੇਸ਼ੱਕ ਉਸ ਦੇ ਕਈ ਫੈਸਲਿਆਂ ਦੇ ਉੱਤੇ ਵੀ ਬੜੇ ਸਰਕਾਰ ਦੇ ਹਮਾਇਤੀ ਹਲਕਿਆਂ ਵੱਲੋਂ ਤਿੱਖੇ ਹਮਲੇ ਕੀਤੇ ਜਾਂਦੇ ਆ। ਅਸੀਂ ਨੂਪਰ ਸ਼ਰਮਾ ਦਾ ਜਿਹੜਾ ਕੇਸ ਸੀ ਉਸ ਮਾਮਲੇ 'ਚ ਦੇਖਿਆ, ਔਰ ਇਸ ਤਰ੍ਹਾਂ ਹੀ ਜਦੋਂ ਗੁਜਰਾਤ ਵਾਲੇ ਦੰਗਿਆਂ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਨੂੰ ਕਲੀਨ ਚਿੱਟ ਦਿੱਤੀ ਜਾਂਦੀ ਹੈ, ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਸੀਤਲਾਵਾੜ ਔਰ ਦੂਸਰਿਆਂ ਨੂੰ ਇਸ ਦੇ ਲਈ ਗ੍ਰਿਫਤਾਰ ਕਰਕੇ ਔਰ ਕਿਸ ਤਰ੍ਹਾਂ ਦੀ ਹੁਣ ਜਿਹੜੀ ਸਿੱਟ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ। ਸੋ ਇਹ ਸਾਰੀ ਸਥਿਤੀ ਉੱਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਜੁੜੇ ਨੇ ਪ੍ਰੋਫੈਸਰ ਮੁਹੰਮਦ ਖਾਲਿਦ, ਜਿਹੜੇ ਕਿ ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਿੱਚ ਪ੍ਰੋਫੈਸਰ ਦੇ ਤੌਰ ਤੇ ਕੰਮ ਕਰਦੇ ਨੇ, ਔਰ ਉਹਨਾਂ ਤੋਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਇਹ ਸਾਰੇ ਜਿਹੜੇ ਸਵਾਲ ਮੁੱਖ ਜਿਹੜੇ ਸਾਡੇ ਨਿਆਂਧੀਸ਼ ਹੈ ਜਾਂ ਚੀਫ ਜਸਟਿਸ ਨੇ ਉਹਨਾਂ ਨੇ ਉਠਾਏ ਹੈ, ਤਾਂ ਇਸ ਦੇ ਬਾਰੇ ਉਹਨਾਂ ਦੀ ਕੀ ਰਾਏ ਹੈ। ਪ੍ਰੋਫੈਸਰ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਮਿਹਰਬਾਨੀ ਜੀ, ਸ਼ੁਕਰੀਆ। ਪ੍ਰੋਫੈਸਰ, ਜਿਹੜੇ ਚੀਫ ਜਸਟਿਸ NV ਰਮन्ना ਹੋਣਾ ਨੇ ਜਿਹੜੇ ਸਵਾਲ ਉਠਾਏ ਆ ਭਾਰਤ ਦੀ ਜਿਹੜੀ ਜਮਹੂਰੀਅਤ ਦੇ ਬਾਰੇ, ਔਰ ਖਾਸ ਕਰਕੇ ਜਿਹੜਾ ਉਹਨਾਂ ਨੇ ਇੱਕ ਗੱਲ ਤੇ ਬਹੁਤ ਜ਼ੋਰ ਦਿੱਤਾ ਹੈ ਕਿ ਪਾਰਲੀਮਾਨੀ ਸਰਕਾਰ ਨਹੀਂ, ਸਾਨੂੰ ਪਾਰਲੀਮਾਨੀ ਜਮਹੂਰੀਅਤ ਦੀ ਲੋੜ ਹੈ, ਤੇ ਇਸ ਨੂੰ ਤੁਸੀਂ ਕਿਸ ਦ੍ਰਿਸ਼ਟੀ ਤੋਂ ਦੇਖਦੇ ਹੋ? ਜੰਡੂ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਸ਼ਾਮਿਲ ਕਰਨ ਲਈ। ਇਹ ਜਿਹੜੇ ਇਸ਼ੂ ਤੁਸੀਂ ਪੁਆਇੰਟ ਆਊਟ ਕੀਤੇ ਹੈ ਬਹੁਤ ਹੀ ਇੰਪੋਰਟੈਂਟ ਅੱਜ ਦੀ ਘੜੀ ਦੇ ਵਿੱਚ ਇਸ਼ੂ ਹੈਗੇ ਆ, ਜਿਹੜੇ ਕਿ ਚੀਫ ਜਸਟਿਸ ਆਫ ਇੰਡੀਆ ਨੇ ਵੀ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ। ਉਹਨਾਂ ਨੇ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਸਾਹਮਣੇ ਲਿਆਂਦੀਆਂ ਸਾਡੇ। ਇੱਕ ਤਾਂ ਹੈਗੀ ਹੈ ਜਿਹੜੀ ਤੁਸੀਂ ਜਿਵੇਂ ਕਿਹਾ ਕਿ ਪਾਰਲੀਮੈਂਟਰੀ ਗਵਰਨਮੈਂਟ ਨਹੀਂ ਬਲਕਿ ਪਾਰਲੀਮੈਂਟਰੀ ਡੈਮੋਕ੍ਰੇਸੀ ਚਾਹੀਦੀ ਹੈ। ਦੂਸਰੇ ਉਹਨਾਂ ਨੇ ਕਿਹਾ ਆਪੋਜੀਸ਼ਨ ਸਟਰੋਂਗ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਆਪੋਜੀਸ਼ਨ ਦੀ ਸਪੇਸ ਘਟ ਰਹੀ ਹੈ, ਮਿਊਚੁਅਲ ਰਿਸਪੈਕਟ ਆਪੋਜੀਸ਼ਨ ਤੇ ਰੂਲਿੰਗ ਪਾਰਟੀ 'ਚ ਘਟ ਰਹੀ ਹੈ, ਐਨਿਮਿਟੀ ਵੱਧ ਰਹੀ ਹੈ, ਇਹ ਵਗੈਰਾ ਵਗੈਰਾ। ਦੇਖੋ, ਆਪਾਂ ਜਿਸ ਵੇਲੇ ਆਜ਼ਾਦ ਹੋਏ ਹਾਂ ਤਾਂ ਸਾਡੇ ਜਿਹੜੇ ਸੰਵਿਧਾਨ ਨਿਰਮਾਤਾ ਸੀਗੇ ਤੇ ਸਾਡੀ ਜਿਹੜੀ ਸੰਵਿਧਾਨ ਸਭਾ ਸੀਗੀ, ਉਹਨਾਂ ਨੇ ਬੜੇ ਸਮਝ ਸੋਚ ਕੇ ਪਾਰਲੀਮੈਂਟਰੀ ਡੈਮੋਕ੍ਰੇਸੀ ਦਾ ਸਾਡੇ ਦੇਸ਼ ਦੇ ਵਿੱਚ ਸਥਾਪਨਾ ਕੀਤੀ। ਸਾਨੂੰ ਨਹੀਂ ਪਤਾ ਸੀਗਾ ਡੈਮੋਕ੍ਰੇਸੀ ਕੀ ਹੁੰਦੀ ਹੈ, ਸਾਨੂੰ ਨਹੀਂ ਪਤਾ ਸੀਗਾ ਕਿ ਬਾਲਗ ਮਤ ਅਧਿਕਾਰ ਕੀ ਹੁੰਦਾ ਹੈ, ਲੇਕਿਨ ਉਹ ਸਾਰਾ ਕੁਝ ਇੱਥੇ ਸਟੈਬਲਿਸ਼ ਹੋਇਆ। ਲੋਕਾਂ ਨੂੰ ਸੀਗਾ ਕਿ ਸ਼ਾਇਦ ਸਾਡੇ ਡੈਮੋਕ੍ਰੇਸੀ ਨਹੀਂ ਚੱਲ ਸਕੇਗੀ, ਲੇਕਿਨ ਹੌਲੀ ਹੌਲੀ ਅਸੀਂ ਉਹਨਾਂ ਨੂੰ ਚਲਾ ਲਿਆ ਬੜੇ ਸੁਚੱਜੇ ਢੰਗ ਦੇ ਨਾਲ। ਕਈ ਪ੍ਰੋਬਲਮਸ ਹੈ, ਸਾਰੀਆਂ ਡੈਮੋਕ੍ਰੇਸੀਜ਼ ਦੇ ਵਿੱਚ ਵੀ ਪ੍ਰੋਬਲਮ ਹੈ, ਸਾਡੇ ਵੀ ਪ੍ਰੋਬਲਮ ਹੈਗੀ ਹੈ। ਦੋ ਚੀਜ਼ਾਂ ਬੜੀ ਇੰਪੋਰਟੈਂਟ ਹੈ, ਇੱਕ ਤਾਂ ਹੈਗੀ ਹੈ ਪਾਰਲੀਮੈਂਟਰੀ ਗਵਰਨਮੈਂਟ ਤੇ ਇੱਕ ਹੈਗੀ ਹੈ ਪਾਰਲੀਮੈਂਟਰੀ ਡੈਮੋਕ੍ਰੇਸੀ। ਪਾਰਲੀਮੈਂਟਰੀ ਗਵਰਨਮੈਂਟ ਦਾ ਮਤਲਬ ਹੈਗਾ ਰੂਲ ਆਫ ਦਾ ਮੈਜੋਰਿਟੀ। ਰੂਲ ਆਫ ਦਾ ਮੈਜੋਰਿਟੀ ਦਾ ਮਤਲਬ ਹੈ ਬਰੂਟ ਮੈਜੋਰਿਟੀ। ਇੱਕ ਪਾਸੇ 49 ਬੰਦੇ ਆ, ਇੱਕ ਪਾਸੇ 51 ਬੰਦੇ ਆ, ਲੇਕਿਨ 51 ਜੋ ਚਾਹਣ ਕਰਨ, ਦੈਟ ਇਜ਼ ਦਾ ਬਰੂਟ ਮੈਜੋਰਿਟੀ। ਅਗਰ ਤੁਸੀਂ ਮੈਜੋਰਿਟੇਰੀਅਨ ਢੰਗ ਦੇ ਨਾਲ ਕਿਸੇ ਦੇਸ਼ ਨੂੰ ਚਲਾਉਣਾ ਹੈ ਤਾਂ ਫਿਰ ਮਨਮਰਜ਼ੀ ਨਾਲ ਚੱਲੇਗਾ। ਉਹਦੇ ਵਿੱਚ ਜਿਹੜੇ ਸੱਤਾਧਾਰੀ ਵਰਗ ਹੋਏਗਾ, ਪੋਲੀਟੀਕਲ ਪਾਰਟੀ ਹੋਏਗੀ, ਉਹ ਆਪਣੇ ਤਰੀਕੇ ਦੇ ਨਾਲ ਚਲਾਏਗੀ, ਇਨਕਲੂਸਿਵ ਨਹੀਂ ਹੋਏਗੀ। ਜਿਹੜੀ ਪਾਰਲੀਮੈਂਟਰੀ ਡੈਮੋਕ੍ਰੇਸੀ ਹੈ ਉਹਦੇ ਵਿੱਚ ਹੈਗਾ ਕਿ ਮੈਜੋਰਿਟੀ ਤੁਹਾਡੇ ਕੋਲ ਹੈ, ਲੇਕਿਨ ਤੁਹਾਡੀ ਇਹ ਫਰਜ਼ ਹੈ ਕਿ ਬਾਕੀ ਨੂੰ ਵੀ ਨਾਲ ਲੈ ਕੇ ਚੱਲੋ, ਤਾਂ ਕਿ ਸਾਰੇ ਸਟੇਕ ਹੋਲਡਰ ਜਿਹੜੇ ਹੈਗੇ ਆ
ਉਹਨਾਂ ਦੀ ਗੱਲ ਉਹਦੇ ਵਿੱਚ ਆ ਜਾਵੇ। ਜਿਸ ਵੇਲੇ ਲੈਜਿਸਲੇਸ਼ਨ ਹੋਵੇ, ਜਿਸ ਵੇਲੇ ਸਰਕਾਰ ਨੀਤੀ ਨਿਰਮਾਣ करे, ਤਾਂ ਜਿਹੜੇ ਦੂਸਰੇ ਸਟੇਕ ਹੋਲਡਰਸ ਹੈ, ਦੂਸਰੇ ਜਿਹੜੇ ਪੋਲੀਟੀਕਲ ਘਟਕ ਦਲ ਹੈ, ਉਹਨਾਂ ਦਾ ਵਿਊ ਪੁਆਇੰਟ ਵੀ ਉਹਦੇ ਵਿੱਚ ਸ਼ਾਮਲ ਹੋ ਜਾਵੇ। ਉਹਨੂੰ ਕਹਿੰਦੇ ਪਾਰਲੀਮੈਂਟਰੀ ਡੈਮੋਕ੍ਰੇਸੀ। ਹੁਣ ਸਾਡੇ ਦੇਸ਼ ਦੇ ਵਿੱਚ ਸਲੋਲੀ, ਜਿਵੇਂ ਚੀਫ ਜਸਟਿਸ ਨੇ ਕਿਹਾ, ਪਾਰਲੀਮੈਂਟਰੀ ਡੈਮੋਕ੍ਰੇਸੀ ਖਤਮ ਹੋ ਗਈ ਹੈ ਔਰ ਪਾਰਲੀਮੈਂਟਰੀ ਗਵਰਨਮੈਂਟ ਜਿਹੜੀ ਹੈਗੀ ਹੈ ਉਹਦੇ ਵਿੱਚ ਇੱਕ ਮਨਮਰਜ਼ੀ ਦਾ ਅੰਸ਼ ਜਿਹੜਾ ਹੈਗਾ ਆ ਚੁੱਕਿਆ। ਪਿਛਲੇ 8 ਸਾਲ ਤੋਂ ਆਪਾਂ ਦੇਖ ਰਹੇ ਹਾਂ ਜਿਸ ਤਰੀਕੇ ਦੇ ਨਾਲ ਬਿਨਾਂ ਸਟੇਟ ਗਵਰਨਮੈਂਟਸ ਨੂੰ ਪੁੱਛੇ, ਬਿਨਾਂ ਉਹਨਾਂ ਨੂੰ ਕੰਸਲਟ ਕੀਤੇ, ਬਿਨਾਂ ਆਪੋਜੀਸ਼ਨ ਪਾਰਟੀਆਂ ਨੂੰ ਪੁੱਛੇ ਜਾਂ ਕੰਸਲਟ ਕੀਤੇ ਜੋ ਫੈਸਲੇ ਅੰਧਾਧੁੰਦ ਲੈਤੇ ਜਾ ਰਹੇ ਹਨ। ਸਾਡਾ ਫੈਡਰਲ ਸਟਰਕਚਰ ਵੀ ਬਹੁਤ ਬੁਰੀ ਤਰ੍ਹਾਂ ਚਰਮਰਾਇਆ ਹੋਇਆ। ਸਾਡੀ ਜਿਹੜੀ ਹੈਗੀ ਹੈ ਸੰਸਥਾਵਾਂ, ਕਨਸਟੀਟਿਊਸ਼ਨਲ ਸੰਸਥਾਵਾਂ ਜਿਹੜੀ ਹੈਗੀਆਂ, ਉਹਨਾਂ ਦੇ ਉੱਪਰ ਵੀ, ਚਾਹੇ ਪਾਰਲੀਮੈਂਟ ਹੈ ਚਾਹੇ ਕੋਈ ਹੈ, ਉਹਨਾਂ ਨੇ ਇੱਕ ਬੜੀ ਇੰਪੋਰਟੈਂਟ ਗੱਲ ਕਹੀ ਹੈ ਚੀਫ ਜਸਟਿਸ ਆਫ ਇੰਡੀਆ ਨੇ, ਕਿ ਬਿਨਾਂ ਧਿਆਨ ਦਿੱਤੇ, ਬਿਨਾਂ ਪੂਰੇ ਜਿਹਨੂੰ ਕਹਿੰਦੇ ਡਿਸਕਸ਼ਨ ਕੀਤੇ, ਤੁਸੀਂ ਮਿੰਟਾਂ ਦੇ ਵਿੱਚ ਬਿੱਲ ਪਾਸ ਕਰ ਦਿੰਦੇ ਹੋ। ਔਰ ਇਹ ਹੋ ਰਿਹਾ। ਉੱਥੇ ਕੀ ਹੋ ਰਿਹਾ ਹੈ ਕਿ ਮੈਜੋਰਟੀ ਸਾਡੇ ਕੋਲ ਹੈ, ਅਸੀਂ ਕੁਝ ਮਰਜ਼ੀ ਕਰੀਏ। ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਖੇਤੀ ਕਾਨੂੰਨਾਂ ਦੇ ਮਾਮਲੇ 'ਚ ਜਿਸ ਤਰ੍ਹਾਂ ਵਾਪਰਿਆ, ਉਹ ਇੱਕ ਆਪਣੇ ਆਪ 'ਚ ਬਹੁਤ ਵੱਡੀ ਮਿਸਾਲ ਹੈ। ਦੇਖੋ ਉਹਦੇ ਵਿੱਚ ਇਹ ਹੈ ਵੀ ਤੁਸੀਂ ਡਿਸਕਸ਼ਨ ਦੀ ਲੋੜ ਹੀ ਨਹੀਂ। ਐਡਾ ਕੰਟਰੀ ਦਾ ਐਡਾ ਵੱਡਾ ਬਜਟ ਹੈ, ਲੱਖਾਂ ਕਰੋੜ ਦਾ ਬਜਟ ਜਿਹੜਾ ਹੈਗਾ ਬਿਨਾਂ ਡਿਸਕਸ਼ਨ ਤੇ ਪਾਸ ਹੁੰਦਾ ਸਾਡੇ ਪਾਰਲੀਮੈਂਟ ਦੇ ਵਿੱਚ। ਸਾਡੀ ਜਿਹੜੀ ਤਰਾਸਦੀ ਹੈ ਉਹ ਚੁੱਕੀ ਹੈ। ਸਾਡੀ ਤਰਾਸਦੀ ਇਹ ਚੁੱਕੀ ਹੈ ਕਿ ਜਿਨ੍ਹਾਂ ਲੋਕਾਂ ਬਾਰੇ ਕਾਨੂੰਨ ਬਣਾ ਰਹੇ ਆ ਉਹਨਾਂ ਨੂੰ ਕੋਈ ਕੌਨਫੀਡੈਂਸ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਸਾਡੇ ਕੋਲ ਮੈਜੋਰਟੀ ਹੈ, ਅਸੀਂ ਜੋ ਚਾਹੀਏ ਕਰੀਏ। ਇਹ ਜਿਹੜੀ ਚੀਜ਼ ਹੈ, ਇਹ ਚੀਜ਼ ਨੇ ਸਾਡੀ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਨੂੰ ਵੀ, ਸਾਡੇ ਪਾਰਲੀਮੈਂਟਰੀ ਡੈਮੋਕ੍ਰੇਸੀ ਨੂੰ ਵੀ ਬਹੁਤ ਜ਼ਿਆਦਾ ਖਤਰੇ ਦੇ ਵਿੱਚ ਪਾਇਆ ਹੋਇਆ। ਮੈਂ ਚੀਫ ਜਸਟਿਸ ਦੀ ਗੱਲ ਤੇ ਦੁਬਾਰਾ ਆਉਣਾ। ਜੰਡੂ ਸਾਹਿਬ, ਤਿੰਨ ਸਰਕਾਰ ਦੇ 3 ਅੰਗ ਹੁੰਦੇ ਆ, ਕਾਰਜਪਾਲਿਕਾ, ਵਿਧਾਨਪਾਲਿਕਾ ਤੇ ਨਿਆਂਪਾਲਿਕਾ, ਔਰ ਤਿੰਨਾਂ ਦੇ ਵਿੱਚ ਇੱਕ ਚੈਕਸ ਐਂਡ ਬੈਲੈਂਸਿਸ ਹੁੰਦੇ ਆ। ਯਾਨੀ ਅਗਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਇਹ ਗੱਲਾਂ ਕਹੀਆਂ ਤਾਂ ਉਹ ਇੱਕ ਚੈੱਕ ਹੈ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਉੱਪਰ ਵੀ ਥੋੜਾ ਜਿਹਾ ਧਿਆਨ ਕਰੋਗੇ। ਇਸੇ ਕਰਕੇ ਜੁਡੀਸ਼ੀਅਲ ਰਿਵਿਊ ਵੀ ਹੈ ਸਾਡੇ ਸੰਵਿਧਾਨ ਦੇ ਵਿੱਚ। ਇਸੇ ਕਰਕੇ ਜਿਸ ਵੇਲੇ ਪਾਰਲੀਮੈਂਟ ਜਾਂ ਅਸੈਂਬਲੀਆਂ ਕੋਈ ਕਾਨੂੰਨ ਪਾਸ ਕਰਦੀਆਂ, ਉਹਨਾਂ ਦੀ ਲੀਗਲ ਸਕਰੂਟਨੀ ਹੋ ਸਕਦੀ ਹੈ ਔਰ ਹੁੰਦੀ ਵੀ। ਲੇਕਿਨ ਇਨਸੀਡੈਂਟਲੀ ਜਾਂ ਅਨਫੋਰਚੂਨੇਟਲੀ ਆਪਾਂ ਕਹਿ ਦਈਏ, ਸੁਪਰੀਮ ਕੋਰਟ ਜਾਂ ਹਾਈ ਕੋਰਟਾਂ ਦੇ ਵੀ ਕਈ ਫੈਸਲੇ ਐਸੇ ਹੈਗੇ, ਜਿਵੇਂ ਕਿ ਤੁਸੀਂ ਵੀ ਉਹਦੇ ਬਾਰੇ ਇਸ਼ਾਰਾ ਕੀਤਾ, ਕਿ ਉੱਥੇ ਤੁਸੀਂ ਇਹ ਨਹੀਂ ਦੇਖਦੇ ਕਿ ਠੀਕ ਕੀ ਹੈ। ਫॉर एग्जांपल ਸੁਪਰੀਮ ਕੋਰਟ ਦਾ ਕੰਮ ਹੈ ਫੈਸਲੇ ਕਰਨਾ ਕਿਸ ਬੇਸ ਦੇ ਆਧਾਰ ਤੇ, ਐਵੀਡੈਂਸ ਦੇ ਬੇਸ ਦੇ ਆਧਾਰ ਤੇ, ਤਰਕਾਂ ਦੇ ਬੇਸ ਦੇ ਆਧਾਰ ਤੇ। ਤੁਸੀਂ ਫੇਥ ਦੇ ਆਧਾਰ ਤੇ ਕੋਈ ਫੈਸਲੇ ਨਹੀਂ ਕਰਦੇ। ਮੈਂ ਬਾਬਰੀ ਮਸਜਿਦ ਦੇ ਇਸ਼ੂ ਦੀ ਗੱਲ ਕਰ ਰਿਹਾ। ਤੁਸੀਂ ਇਹ ਦੇਖੋ ਵੀ ਹਰ ਚੀਜ਼ ਨੂੰ ਤੁਸੀਂ ਕਹਤੇ ਇਹ ਵੀ ਗਲਤ ਹੈ, ਇਹ ਵੀ ਗਲਤ ਹੈ, ਇਹ ਵੀ ਗਲਤ ਹੈ। ਈਵਨ ਦੈਨ ਉਹ ਹੋਇਆ, ਉਹ ਜਿਹੜੀ ਚੀਜ਼ ਹੈ ਉਹਦੇ ਨਾਲ ਸੁਪਰੀਮ ਕੋਰਟ ਦੇ ਜਿਹੜਾ ਹੈਗਾ ਕੱਦ ਘਟਿਆ। ਦੂਸਰੀ ਚੀਜ਼, ਜਦ ਸੁਪਰੀਮ ਕੋਰਟ ਮੁਖਰ ਹੋ ਕੇ ਕੋਈ ਗੱਲ ਕਰਦੀ ਹੈ, ਜਿਵੇਂ ਕਿ ਨੂਪੁਰ ਸ਼ਰਮਾ ਦੇ ਕੇਸ ਦੇ ਵਿੱਚ ਉਹਨਾਂ ਨੇ ਕਮੈਂਟ ਕੀਤੇ, ਉਹਨਾਂ ਨੇ ਰਿਟਨ ਦੇ ਵਿੱਚ ਇਹ ਚੀਜ਼ ਜਜਮੈਂਟ ਦੇ ਵਿੱਚ ਨਹੀਂ ਲਿਆਂਦੀ, ਤਾਂ ਇੱਕ ਐਸਾ ਵਰਗ ਜਿਹੜਾ ਕਿ ਇੱਕ ਸੋਸ਼ਲ ਮੀਡੀਆ ਕੈਂਪੇਨ ਕਿਸੇ ਦੇ ਵੀ ਅਗੇਂਸਟ ਖੜਾ ਕਰ ਦਿੰਦਾ ਹੈ, ਉਹਨਾਂ ਨੇ ਇੱਕ ਸੋਸ਼ਲ ਮੀਡੀਆ ਕੈਂਪੇਨ ਜੱਜਾਂ ਦੇ ਖਿਲਾਫ, ਸੁਪਰੀਮ ਕੋਰਟ ਦੇ ਖਿਲਾਫ ਉਹ ਖੜਾ ਕਰਤਾ। ਉਹ ਕੀ ਚੀਜ਼ ਹੈ? ਦਬਾਉਣਾ, ਡਰਾਉਣਾ, ਧਮਕਾਉਣਾ। ਕਿਉਂਕਿ ਮੈਜੋਰਟੀ ਸਾਡੇ ਕੋਲ, ਕਿਉਂਕਿ ਅਸੀਂ ਫੈਸਲਾ ਕਰਦੇ ਹਾਂ, ਦਿਨ ਨੂੰ ਦਿਨ ਕਹਾਂਗੇ, ਅਗਰ ਤੁਹਾਨੂੰ ਕਹਿਣਾ ਪਏਗਾ ਅਸੀਂ ਰਾਤ ਨੂੰ ਰਾਤ ਕਹਾਂਗੇ, ਤੁਹਾਨੂੰ ਰਾਤ ਕਹਿਣੀ ਪਏਗੀ। ਇਹ ਚੀਜ਼ ਜਿਹੜੀ ਹੈਗੀ ਹੈ ਲੋਕਾਂ ਵਾਸਤੇ ਵੀ, ਆਪੋਜੀਸ਼ਨ ਵਾਸਤੇ ਵੀ, ਜੱਜਿਸ ਵਾਸਤੇ ਵੀ, ਸੁਪਰੀਮ ਕੋਰਟ ਵਾਸਤੇ ਵੀ, ਜੁਡੀਸ਼ਰੀ ਵਾਸਤੇ ਵੀ। ਜੁਡੀਸ਼ਰੀ ਬਾਰੇ ਕਈ ਵਾਰ ਪਹਿਲਾਂ ਤੋਂ ਹੀ ਕਿਹਾ ਜਾਣ ਲੱਗਦਾ ਵੀ ਇਹਦਾ ਤਾਂ ਫੈਸਲਾ ਹੀ ਹੋਏਗਾ। ਇਹ ਚੀਜ਼ ਜਿਹੜੀ ਹੈਗੀ ਹੈ ਉਹਦੇ ਨਾਲ ਜੁਡੀਸ਼ਰੀ ਨੂੰ ਵੀ ਆਪਣੇ ਆਪ ਨੂੰ ਹੋਰ ਤਕੜਾ ਕਰਨਾ ਪਏਗਾ, ਅਗਰ ਤੁਸੀਂ ਪਾਰਲੀਮੈਂਟਰੀ ਡੈਮੋਕ੍ਰੇਸੀ ਨੂੰ ਔਰ ਚੈਕਸ ਐਂਡ ਬੈਲੈਂਸਿਸ ਨੂੰ ਮਜ਼ਬੂਤ ਜਿਹੜਾ ਹੈਗਾ ਰੱਖਣਾ। ਦੂਸਰੀ ਚੀਜ਼ ਜਿਹੜੀ ਉਹਨਾਂ ਨੇ ਕਹੀ ਹੈ, ਦੂਸਰੀ ਚੀਜ਼ ਜਿਹੜੀ ਉਹਨਾਂ ਨੇ ਬੜੀ ਇੰਪੋਰਟੈਂਟ ਕਹੀ ਹੈ, ਉਹ ਹੈਗੀ ਹੈ ਕਿ ਆਪੋਜੀਸ਼ਨ ਦੀ ਸਪੇਸ ਘਟਦੀ ਜਾ ਰਹੀ ਹੈ। ਨੰਬਰ 1, ਆਪੋਜੀਸ਼ਨ ਦੀ ਸਪੇਸ ਇੱਕ ਤਾਂ ਪਾਰਲੀਮੈਂਟ 'ਚ ਘਟ ਗਈ ਜਦ ਤੁਹਾਡੇ ਕੋਲ ਬਰੂਟ ਨਹੀਂ ਬਲਕਿ 2/3 ਮੈਜੋਰਟੀ ਆ ਗਈ। ਦੂਸਰੀ ਗੱਲ ਇਹ ਹੈਗੀ ਹੈ ਕਿ ਆਪੋਜੀਸ਼ਨ ਨੂੰ ਬੋਲਣ ਨਾ ਦਿੱਤਾ ਜਾਵੇ, ਉੱਥੇ ਬਿਨਾਂ
ਡਿਸਕਸ਼ਨ ਤੇ ਕਾਨੂੰਨ ਪਾਸ ਕੀਤੇ ਜਾਣ। ਤੁਸੀਂ ਚਾਹੇ ਆਰਟੀਕਲ 370 ਦਾ ਮਸਲਾ ਲੈ ਲਓ, ਚਾਹੇ ਤੁਸੀਂ ਇਹ ਖੇਤੀ ਕਾਨੂੰਨਾਂ ਦੀ ਗੱਲ ਕੀਤੀ ਹੈ ਉਹ ਲੈ ਲਓ। ਖੇਤੀ ਕਾਨੂੰਨਾਂ ਦੇ ਵਿੱਚ ਕੋਈ ਡਿਸਕਸ਼ਨ ਨਹੀਂ ਹੋਈ, ਹੋਣ ਹੀ ਨਹੀਂ ਦਿੱਤੀ, ਔਰ ਇਹ ਕਹਿਤਾ ਕਿ ਜੀ ਵੌਇਸ ਵੋਟ ਨਾਲ ਪਾਸ ਕਰ ਦਿਓ। ਵੌਇਸ ਵੋਟ ਨਾਲ ਪਾਸ ਕਰਤਾ, ਵੌਇਸ ਵੋਟ ਜੀ ਚੇਅਰ ਨੇ ਕਹਿਤਾ ਵੀ ਹੱਕ ਦੇ ਵਿੱਚ ਹੈ ਕਾਨੂੰਨਾਂ ਦੇ। ਇਹ ਚੀਜ਼ ਜਿਹੜੀ ਹੈਗੀ ਹੈ ਉਹਦੇ ਨਾਲ ਕੀ ਹੈ, ਫਿਰ ਅਗਰ ਆਪੋਜੀਸ਼ਨ ਬੋਲਦੀ ਹੈ, ਉਹਨਾਂ ਦੇ ਖਿਲਾਫ ਸਰਕਾਰੀ ਏਜੰਸੀਆਂ ਦਾ ਇਸਤੇਮਾਲ, ਚਾਹੇ ਉਹ ਈਡੀ ਦਾ ਲਾ ਲਓ ਚਾਹੇ ਸੀਬੀਆਈ ਦਾ ਲਾ ਲਓ, ਜਿਸ ਤਰੀਕੇ ਦੇ ਨਾਲ ਉਹਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਡਰਾਇਆ ਧਮਕਾਇਆ ਜਾ ਰਿਹਾ ਹੈ, ਬੁਲਡੋਜ਼ਰਾਂ ਨਾਲ ਤੁਸੀਂ ਰਾਜਨੀਤੀ ਕਰਨ ਦੀ ਜਿਹੜੀ ਨਵੀਂ ਪ੍ਰਥਾ ਚਲਾਈ ਹੈ, ਉਹਦੇ ਨਾਲ ਕੀ ਹੈ, ਆਪੋਜੀਸ਼ਨ ਜਿਹੜੇ ਹੈਗੇ ਆ, ਬਹੁਤ ਸਾਰੇ ਆਪੋਜੀਸ਼ਨ ਦੇ ਲੀਡਰ ਜਿਹੜੇ ਹੈਗੇ ਆ, ਉਹਨਾਂ ਨੂੰ ਚੁੱਪ ਕਰਾਇਆ ਗਿਆ, ਉਹਨਾਂ ਨੂੰ ਡਰਾਇਆ ਧਮਕਾਇਆ। ਨਿਹਰਾ ਪ੍ਰੋਫੈਸਰ, ਲੀਡਰਾਂ ਨੂੰ ਚੁੱਪ ਨਹੀਂ ਕਰਾਇਆ ਜਾ ਰਿਹਾ, ਇੱਥੋਂ ਤੱਕ ਕਿ ਖੇਤਰੀ ਪਾਰਟੀਆਂ ਨੂੰ ਤੋੜਨ ਦੇ ਲਗਾਤਾਰ ਯਤਨ ਹੋ ਰਹੇ। ਫਿਰ ਤੁਸੀਂ ਇਹ ਦੇਖੋ ਵੀ ਇੱਕ ਜ਼ਮਾਨੇ ਦੇ ਵਿੱਚ ਇਹ ਕਿਹਾ ਜਾਂਦਾ ਸੀਗਾ ਕਿ ਵੀ ਵੈਲਿਊ ਬੇਸਡ ਪੋਲਿਟਿਕਸ ਕਰਨੀ, ਵੈਲਿਊ ਬੇਸਡ ਕੋਈ ਰਹਿਤ ਕੋਈ ਮਰਿਆਦਾ ਹੋਵੇ ਉਹਦੇ ਮੁਤਾਬਕ ਰਾਜਨੀਤੀ ਕਰੀਏ। ਹੁਣ ਅੱਜ ਕੱਲ ਕਿਹਾ ਜਾਂਦਾ ਹੈ ਕਿ ਕਿਸੇ ਵੀ ਪਾਰਟੀ ਨੂੰ ਤੋੜ ਕੇ ਆਪਣੀ ਪਾਰਟੀ ਦੀ ਸਰਕਾਰ ਬਣਾਉਣਾ ਇਹ ਆਪਰੇਸ਼ਨ ਕਮਲ ਹੈ, ਯਾਨੀ ਉਹਨੂੰ ਕਿ ਉਹਨੂੰ ਤੁਸੀਂ ਜਿਹੜਾ ਹੈਗਾ ਇੱਕ ਤਰ੍ਹਾਂ ਸ਼ਲਾਘਾ ਕਰਦੇ ਹੋ ਉਸ ਚੀਜ਼ ਦੀ, ਬਜਾਏ ਇਸ ਦੇ ਕਿ ਉਹਦੀ ਨਿਖੇਧੀ ਕੀਤੀ ਜਾਵੇ ਵੀ ਇਹ ਗੱਲ ਗਲਤ ਹੋ ਰਹੀ ਹੈ। ਆਪਾਂ ਪਿਛਲੇ ਕਿੰਨੇ ਉਹਦੇ ਵਿੱਚ ਦੇਖ ਲਏ ਹੋ, ਤੁਸੀਂ ਮੱਧ ਪ੍ਰਦੇਸ਼ ਦੇ ਵਿੱਚ ਦੇਖਿਆ, ਤੁਸੀਂ ਗੋਆ ਦੇ ਵਿੱਚ ਦੇਖਿਆ, ਤੁਸੀਂ ਉੱਤਰਾਖੰਡ ਦੇ ਵਿੱਚ ਦੇਖਿਆ, ਕਰਨਾਟਕਾ ਦੇ ਵਿੱਚ ਦੇਖਿਆ, ਕਰਨਾਟਕ ਚ ਮਹਾਰਾਸ਼ਟਰ ਤਾਜ਼ਾ ਐਗਜ਼ਾਮਪਲ, ਮਹਾਰਾਸ਼ਟਰ ਦੇ ਵਿੱਚ ਤੁਸੀਂ ਦੇਖਿਆ ਹੁਣ ਕੀ ਹੋ ਕੇ ਹਟਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਪੈਸੇ ਦੇ ਬਲਬੂਤੇ ਤੇ ਤੁਸੀਂ ਸਰਕਾਰੀ ਏਜੰਸੀਆਂ ਦੇ ਬਲਬੂਤੇ ਤੇ ਆਪੋਜੀਸ਼ਨ ਦੀ ਸਪੇਸ ਜਿਹੜੀ ਹੈਗੀ ਹੈ ਉਹਨੂੰ ਘਟਾ ਨਹੀਂ ਰਹੇ, ਉਹਨੂੰ ਖਾਂਦੇ ਚਲੇ ਜਾ ਰਹੇ ਹੋ, ਔਰ ਆਪੋਜੀਸ਼ਨ ਜਿਹੜੀ ਹੈਗੀ ਹੈ ਉਹ ਅਸਹਾਏ ਹੋ ਕੇ ਦੇਖ ਰਹੀ ਹੈ ਕਿ ਅਸੀਂ ਕਰੀਏ ਤਾਂ ਕੀ ਕਰੀਏ, ਕਿਉਂਕਿ ਸਾਰੀਆਂ ਏਜੰਸੀਆਂ ਸਾਰੀਆਂ ਏਜੰਸੀਆਂ ਤੁਹਾਡੇ ਹੱਥ ਦੇ ਵਿੱਚ ਹੈ, ਤੁਸੀਂ ਉਹਨਾਂ ਦਾ ਮਿਸਯੂਜ਼ ਕਰ ਰਹੇ ਹੋ ਔਰ ਬਲੇਟੈਂਟਲੀ ਮਿਸਯੂਜ਼ ਕਰ ਰਹੇ, ਤੁਹਾਨੂੰ ਉਹਦੇ ਪਰ ਕਿਸੇ ਕਿਸਮ ਦਾ ਕੋਈ ਸ਼ਰਮਿੰਦਗੀ ਨਹੀਂ, ਕਿਸੇ ਕਿਸਮ ਦਾ ਕੋਈ ਇਹ ਨਹੀਂ ਹੈ ਕਿ ਅਸੀਂ ਇਹ ਗੱਲ ਕਿਉਂ ਕਰ ਰਹੇ ਹਾਂ। ਇੱਕ ਹੋਰ ਚੀਜ਼ ਉਹਨਾਂ ਨੇ ਕਹੀ ਹੈ ਬੜੀ ਇੰਪੋਰਟੈਂਟ, ਉਹ ਹੈਗੀ ਹੈ ਕਿ ਪਹਿਲਾਂ ਆਪੋਜੀਸ਼ਨ ਤੇ ਰੂਲਿੰਗ ਪਾਰਟੀ 'ਚ ਮਿਊਚੁਅਲ ਰਿਸਪੈਕਟ ਹੋਇਆ ਕਰਦੀ ਸੀ, ਬਿਲਕੁਲ ਹੋਇਆ ਕਰਦੀ ਸੀ। ਤੁਹਾਡੇ ਡਿਫਰੈਂਸ ਆਫ ਓਪੀਨੀਅਨ ਹੁੰਦੇ ਸੀਗੇ, ਡਿਫਰੈਂਸ ਆਫ ਓਪੀਨੀਅਨ ਦੇ ਨਾਲ ਇਹ ਅੱਜ ਤੋਂ ਨਹੀਂ, ਪੰਡਿਤ ਜਵਾਹਰ ਲਾਲ ਨਹਿਰੂ ਦੇ ਟਾਈਮ ਤੋਂ ਦੇਖੋ, ਜਿਸ ਵੇਲੇ ਉਹਨਾਂ ਨੇ ਪਹਿਲੀ ਇੰਟਰਮ ਗਵਰਨਮੈਂਟ ਬਣਾਈ ਜੰਡੂ ਸਾਹਿਬ, ਉਹਦੇ ਵਿੱਚ ਉਹਨਾਂ ਨੇ ਹਰ ਤਰ੍ਹਾਂ ਦੇ ਸੋਚ ਦੇ ਬੰਦੇ ਲੈਤੇ, ਉਹਦੇ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਵੀ ਸੀਗੇ, ਹਾਲਾਂਕਿ ਸ਼ਿਆਮਾ ਪ੍ਰਸਾਦ ਮੁਖਰਜੀ ਤਾਂ ਨਹਿਰੂ ਦੀ ਵਿਚਾਰਧਾਰਾ ਦੇ ਨਹੀਂ ਸੀਗੇ, ਉਹਦੇ ਵਿੱਚ BR ਅੰਬੇਦਕਰ ਨੂੰ ਵੀ ਲੈਤਾ, ਇਸ ਕਰ ਹਾਲਾਂਕਿ ਉਹ ਇਲੈਕਸ਼ਨ ਹਾਰ ਕੇ ਫਿਰ ਵੀ ਉਹਨਾਂ ਨੂੰ ਲੈਤਾ, ਕਿਉਂਕਿ ਉਹਨਾਂ ਨੇ ਕਿਹਾ ਵੀ ਇਹ ਦੇਸ਼ ਵਾਸਤੇ ਯੂਜ਼ਫੁਲ ਹੋ ਸਕਦਾ। ਹੁਣ ਕੀ ਹੈ, ਹੁਣ ਤਲਵਾਰਾਂ ਕੱਢੀ ਆਪੋਜੀਸ਼ਨ ਤੇ ਰੂਲਿੰਗ ਪਾਰਟੀ ਬੈਠੀ ਹੈ, ਮਤਲਬ ਹੈ ਰਾਜਨੀਤੀ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਵਿਰੋਧਾਭਾਸ ਹੁੰਦਾ, ਦੁਸ਼ਮਣੀ ਨਹੀਂ ਹੁੰਦੀ। ਇੱਥੇ ਹੁਣ ਦੁਸ਼ਮਣੀ ਹੈ, ਇਹ ਜਿਹੜੀ ਦੁਸ਼ਮਣੀ ਹੈ ਉਹਦੀ ਵਜ੍ਹਾ ਕਰਕੇ ਕੀ ਹੈ ਕਿ ਆਪੋਜੀਸ਼ਨ ਹਰ ਉਸ ਚੀਜ਼ ਨੂੰ, ਚਾਹੇ ਉਹ ਚੰਗੀ ਹੈ ਚਾਹੇ ਮਾੜੀ ਹੈ, ਉਹਦੀ ਆਪੋਜੀਸ਼ਨ ਕਰਨੀ ਹੀ ਕਰਨੀ ਹੈ। ਰੂਲਿੰਗ ਪਾਰਟੀ ਨੇ ਆਪੋਜੀਸ਼ਨ ਨੂੰ ਕੋਈ ਸਪੇਸ ਦੇਣੀ ਹੀ ਨਹੀਂ ਹੈ। ਇਹਦੀ ਵਜ੍ਹਾ ਕਰਕੇ ਸਾਡੀ ਡੈਮੋਕ੍ਰੇਸੀ ਨੂੰ ਬਹੁਤ ਜ਼ਿਆਦਾ, ਪਾਰਲੀਮੈਂਟ ਦੀ ਫੰਕਸ਼ਨਿੰਗ ਨੂੰ ਬਹੁਤ ਜ਼ਿਆਦਾ ਧੱਕਾ ਜਿਹੜਾ ਹੈਗਾ ਵੱਜਿਆ। ਇਸੇ ਕਰਕੇ ਜਸਟਿਸ ਰਮन्ना ਹੋਣਾ ਨੇ ਸ਼ਾਇਦ ਇਸ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ, ਨਾਲ ਦੀ ਨਾਲ ਜਿਹੜੇ ਤੁਸੀਂ ਗੱਲਾਂ ਕਹੀਆਂ ਉਸ ਤੋਂ ਇਲਾਵਾ, ਕਿ ਦੇਸ਼ ਦੀ ਜਮਹੂਰੀਅਤ ਮਜ਼ਬੂਤ ਤਾਂ ਹੀ ਹੋ ਸਕਦੀ ਹੈ, ਪਾਰਲੀਮਾਨੀ ਜਮਹੂਰੀਅਤ ਮਜ਼ਬੂਤ ਤਾਂ ਹੀ ਹੋ ਸਕਦੀ ਹੈ ਜੇ ਪਾਰਲੀਮਾਨੀ ਜਮਹੂਰੀਅਤ ਦੇ ਅੰਦਰ ਵਿਰੋਧੀ ਧਿਰ ਵੀ ਮਜ਼ਬੂਤ ਹੋਵੇ। ਜੇ ਤੁਸੀਂ ਵਿਰੋਧੀ ਧਿਰ ਨੂੰ ਕਮਜ਼ੋਰ ਕਰੋਗੇ ਤਾਂ ਪਾਰਲੀਮਾਨੀ ਜਮਹੂਰੀਅਤ ਵੀ ਕਮਜ਼ੋਰ ਹੋਏਗੀ। ਦੇਖੋ ਏਦਾਂ ਜੰਡੂ ਸਾਹਿਬ, ਇਹ ਕਿਹਾ ਜਾਂਦਾ ਹੈ ਇੰਗਲੈਂਡ ਤੋਂ, ਦੇਖੋ ਆਪਾਂ ਨੇ ਇਹ ਸਾਰਾ ਸਿਸਟਮ ਜਿਹੜਾ ਹੈਗਾ ਕਾਫੀ ਹੱਦ ਤੱਕ ਇੰਗਲੈਂਡ ਦੇ ਕਨਸਟੀਟਿਊਸ਼ਨ ਤੋਂ ਲੈਤਾ ਹੈ। ਉੱਥੇ ਕੀ ਹੈ, ਆਪੋਜੀਸ਼ਨ ਜਿਹੜੀ ਪਾਰਟੀ ਹੈ ਉਹ ਆਪਣੀ ਇੱਕ ਸ਼ੈਡੋ ਕੈਬਨਿਟ ਬਣਾ ਕੇ ਚੱਲਦੀ ਹੈ। ਉਹ ਸ਼ੈਡੋ ਕੈਬਨਿਟ ਦੇ ਵਿੱਚ ਆਪੋਜੀਸ਼ਨ ਦੀ ਪਾਰਟੀ ਦੇ ਵਿੱਚ ਫਾਈਨਾਂਸ ਨੂੰ ਦੇਖਣ ਵਾਲਾ ਵੀ ਹੈ, ਹਾਊਸਿੰਗ ਨੂੰ ਦੇਖਣ ਵਾਲਾ ਵੀ ਹੈ, ਡਿਫੈਂਸ ਨੂੰ ਦੇਖਣ ਵਾਲਾ ਵੀ ਹੈ। ਉਹ ਇੱਕ ਦੂਸਰੇ ਤੇ ਨਿਗਾਹ ਰੱਖਦੇ ਆ ਕਿ ਸਰਕਾਰ ਕੀ ਕਰ ਰਹੀ ਹੈ, ਤੇ ਉਹ ਅਗਰ ਕਿਤੇ ਕੋਈ ਗਲਤੀ ਹੁੰਦੀ ਹੈ ਤਾਂ ਉਹਨੂੰ ਇਮੀਡੀਏਟਲੀ ਪੁਆਇੰਟ ਆਊਟ ਕਰਨਾ। ਇਹ ਵੀ ਕਿਹਾ ਜਾਂਦਾ ਹੈ ਕਿ ਆਪੋਜੀਸ਼ਨ ਜਿਹੜੀ ਹੈਗੀ ਹੈ ਉਹ ਲੋਕਤੰਤਰ ਦੀ ਪਹਿਰੇਦਾਰ ਹੁੰਦੀ ਹੈ। ਲੋਕਤੰਤਰ ਦੀ ਪਹਿਰੇਦਾਰ ਦਾ ਮਤਲਬ ਹੈਗਾ
ਕਿ ਆਪੋਜੀਸ਼ਨ ਨੇ ਸਰਕਾਰ ਦੀਆਂ ਪਾਲਿਸੀਜ਼ ਨੂੰ ਜਿਹੜਾ ਹੈਗਾ ਉਧੇੜਨਾ ਹੈ, ਦੇਖਣਾ ਉਹਦੇ ਵਿੱਚ ਕੀ ਹੈਗਾ, ਕੀ ਮਨਸ਼ਾ ਹੈਗੀ ਆ, ਕਿਆ ਉਹਦਾ ਕੋਈ ਫਾਇਦਾ ਹੈ ਜਾਂ ਨਹੀਂ ਹੈ, ਜਾਂ ਕਿੱਥੇ ਗਲਤੀ ਹੈ, ਜਾਂ ਸੰਵਿਧਾਨ ਦੇ ਸਪਿਰਿਟ ਦੇ ਅਨੁਸਾਰ ਹੈ ਸਰਕਾਰ ਦੀਆਂ ਨੀਤੀਆਂ। ਇਹ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਕਿਸਨੇ? ਆਪੋਜੀਸ਼ਨ। ਇਸੇ ਕਰਕੇ ਚੀਫ ਜਸਟਿਸ ਨੇ ਕਿਹਾ ਹੈ ਕਿ ਆਪੋਜੀਸ਼ਨ ਦੀ ਸਪੇਸ ਬੜੀ ਇੰਪੋਰਟੈਂਟ ਹੈ। ਅਗਰ ਜੰਡੂ ਸਾਹਿਬ ਆਪੋਜੀਸ਼ਨ ਖਤਮ ਹੋ ਜਵੇ ਤਾਂ ਡੈਮੋਕ੍ਰੇਸੀ ਵਿਦਆਊਟ ਐਪੋਜੀਸ਼ਨ ਜਿਹੜੀ ਹੈਗੀ ਆ ਉਹ ਤਾਂ ਅਥਾਰਟੇਰੀਅਨ ਰੂਲ ਹੈ। ਜੀ ਉਹ ਜਿਹੜਾ ਹੈ ਉਹ ਤਾਂ ਡਿਕਟੇਟਰਸ਼ਿਪ ਵੱਲ ਤੁਸੀਂ ਤੁਰ ਪਏ। ਔਰ ਅੱਜ ਦੀ ਸਥਿਤੀ ਇੰਡੀਆ ਦੀ ਇਹੀ ਹੈ ਕਿ ਆਪੋਜੀਸ਼ਨ ਰੂਲਿੰਗ ਪਾਰਟੀ ਚਾਹੁੰਦੀ ਹੈ ਵੀ ਆਪੋਜੀਸ਼ਨ ਦਾ ਤਾਂ ਮਤਲਬ ਹੀ ਨਹੀਂ ਕੋਈ ਹੋਣਾ ਚਾਹੀਦਾ, ਨਾਮੋ ਨਿਸ਼ਾਨ ਵੀ ਨਹੀਂ ਹੋਣਾ ਚਾਹੀਦਾ। ਇਹਦਾ ਮਤਲਬ ਹੈ ਤੁਸੀਂ ਸਲੋਲੀ ਤੇ ਗ੍ਰੈਜੂਅਲੀ ਡੈਮੋਕ੍ਰੈਟਿਕ ਸਪਿਰਿਟ ਨੂੰ ਪਰੇ ਸਿੱਟ ਕੇ ਤੁਸੀਂ ਇੱਕ ਅਥਾਰਟੇਰੀਅਨ ਰੂਲ ਵੱਲ ਭੱਜ ਰਹੇ ਹੋ। ਮੈਂ 2-3 ਐਗਜ਼ਾਮਪਲਸ ਤੁਹਾਨੂੰ ਦਊਂਗਾ। ਜੀ ਜੀ ਡੀਮੋਨੇਟਾਈਜੇਸ਼ਨ ਹੋਈ, ਕਿਸੇ ਨੂੰ ਕੰਨੋ ਕੰਨ ਖਬਰ ਨਹੀਂ ਸੀ ਸਿਵਾਏ ਕੁਝ ਬੰਦਿਆਂ ਤੇ ਕਿ ਇਸ ਤਰ੍ਹਾਂ ਹੋ ਸਕਦਾ ਹੈ। ਤਾਂ ਲੋਕਾਂ ਨੇ ਸਫਰ ਕੀਤਾ, ਸਟੇਟਸ ਨੇ ਸਫਰ ਕੀਤਾ। ਸਟੇਟਸ ਦਾ ਫੈਡਰਲ ਢਾਂਚਾ ਕਿੱਥੇ ਗਿਆ? ਤੁਸੀਂ ਜਿਨ੍ਹਾਂ ਦਿਨਾਂ ਦੇ ਵਿੱਚ ਆ ਹੋਈ ਹੈ ਪੈਂਡੈਮਿਕ ਆਇਆ, ਤੁਸੀਂ ਜੀ ਬਿਨਾਂ ਕਿਸੇ ਨੂੰ ਪੁੱਛੇ, ਬਿਨਾਂ ਕਿਸੇ ਸਟੇਟਸ ਦੀ ਸਲਾਹ ਮਸ਼ਵਰੇ ਦੇ, ਪੋਲੀਟੀਕਲ ਪਾਰਟੀ ਦੀ ਸਲਾਹ ਮਸ਼ਵਰਾ ਦੇ, ਕੁਝ ਘੰਟਿਆਂ ਦਾ ਵਕਫਾ ਦੇ ਕੇ ਤੁਸੀਂ ਪੂਰੇ ਕੰਟਰੀ ਦੇ ਵਿੱਚ ਲਾਕਡਾਊਨ ਲਾਤਾ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਔਰ ਉਸ ਤੋਂ ਬਾਅਦ ਪੈਂਡੈਮਿਕ ਜਾਂ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਐਕਟ ਹੈ ਉਹਦੇ ਸਹਾਰੇ ਦੇ ਵਿੱਚ, ਉਹਦਾ ਸਹਾਰਾ ਲੈ ਕੇ ਸਟੇਟ ਦੀਆਂ ਪਾਵਰਸ ਨੂੰ ਆਲਮੋਸਟ ਖਤਮ ਕਰਤਾ। ਔਰ ਸਟੇਟ ਜਿਹੜੇ ਸੀਗੇ ਉਹ ਸਿਰਫ ਵਿਟਨੈਸਿਸ ਸੀਗੇ ਕੀ ਹੋ ਰਿਹਾ ਹੈ। ਉਹਦੇ ਵਿੱਚ ਆਪਾਂ ਨੇ ਮਜ਼ਦੂਰਾਂ ਦਾ ਪਲਾਇਨ ਵੀ ਦੇਖਿਆ, ਉਹਨਾਂ ਦੀਆਂ ਜੋ ਸਟੋਰੀਜ਼ ਹੈਗੀਆਂ ਉਹ ਵੀ ਹੈਗੀਆਂ। ਉਹਦੇ ਵਿੱਚ ਆਪਾਂ ਨੇ ਇਹ ਵੀ ਦੇਖਿਆ ਕਿ ਸੈਕੰਡ ਵੇਵ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਾਸ਼ਾਂ ਦਰਿਆ ਦੇ ਕਿਨਾਰਿਆਂ ਤੇ ਸੜ ਰਹੀਆਂ ਸੀਗੀਆਂ ਜਾਂ ਜਲਾਈਆਂ ਜਾ ਰਹੀਆਂ ਸੀਗੀਆਂ। ਇਹ ਸਾਰੀਆਂ ਚੀਜ਼ਾਂ ਇਸ ਕਰਕੇ ਹੈ ਕਿਉਂਕਿ ਤੁਸੀਂ ਸਾਰੇ ਸਟੇਕ ਹੋਲਡਰਸ ਨੂੰ ਨਾਲ ਲੈ ਕੇ ਨਹੀਂ ਚੱਲ ਰਹੇ, ਤੁਸੀਂ ਆਪਣੀ ਮਨਮਰਜ਼ੀ ਦੇ ਮੁਤਾਬਕ ਚੱਲ ਰਹੇ ਹੋ, ਜਿਹਦੇ ਨਾਲ ਜਸਟਿਸ ਚੀਫ ਜਸਟਿਸ ਆਫ ਇੰਡੀਆ ਨੇ ਜਿਹੜੀ ਗੱਲ ਕਹੀ ਹੈ ਉਹ ਕਾਫੀ ਹੱਦ ਤੱਕ ਸਹੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਆਪੋਜੀਸ਼ਨ ਨੂੰ ਸਪੇਸ ਦੇਣੀ ਪਏਗੀ। ਔਰ ਆਪੋਜੀਸ਼ਨ ਤੇ ਰੂਲਿੰਗ ਪਾਰਟੀ ਦੇ ਵਿੱਚ ਡਾਇalogue ਜਿਹੜਾ ਹੈਗਾ ਉਹ ਕੰਟੀਨਿਊਸਲੀ ਚੱਲਣਾ ਚਾਹੀਦਾ। ਉਹਨਾਂ ਵਿੱਚ ਮਿਊਚੁਅਲ ਰਿਸਪੈਕਟ। ਉਹਨਾਂ ਇੱਕ ਗੱਲ ਹੋਰ ਵੀ ਕਹੀ ਹੈ ਜੀ, ਉਹ ਵੀ ਬੜੀ ਮਹੱਤਵਪੂਰਨ ਗੱਲ ਹੈ। ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੀ ਜਮਹੂਰੀਅਤ ਹੈ ਉਸ ਦੇ ਵਿੱਚ ਜੇ ਤੁਸੀਂ ਗੁੱਡ ਗਵਰਨੈਂਸ ਦੀ ਗੱਲ ਕਰਦੇ ਹੋ, ਜੇ ਸਰਕਾਰ ਨੂੰ ਠੀਕ ਰਾਹ ਤੇ ਰੱਖਣਾ ਤੁਸੀਂ ਕਿ ਸਰਕਾਰ ਠੀਕ ਫੈਸਲੇ ਲਵੇ, ਲੋਕਾਂ ਦੇ ਹਿੱਤ 'ਚ ਫੈਸਲੇ ਲਵੇ, ਤਾਂ ਵੀ ਵਿਰੋਧੀ ਧਿਰ ਜਿਹੜੀ ਹੈ ਜ਼ਰੂਰੀ ਹੈ। ਜੇ ਵਿਰੋਧੀ ਧਿਰ ਕਮਜ਼ੋਰ ਹੈ ਤਾਂ ਜਿਹੜੀ ਗਵਰਨੈਂਸ ਵੀ ਠੀਕ ਨਹੀਂ ਹੋ ਸਕਦੀ ਤੇ ਕਈ ਵਾਰੀ ਸਰਕਾਰ ਜਿਹੜੀ ਹੈ ਠੀਕ ਫੈਸਲੇ ਵੀ ਨਹੀਂ ਲੈ। ਦੇਖੋ ਇਦਾਂ ਜੰਡੂ ਸਾਹਿਬ, ਗੁੱਡ ਗਵਰਨੈਂਸ ਜਿਹੜੀ ਹੈਗੀ ਹੈ ਨਾ, ਇਹ ਬੜੀ ਜਿਹਨੂੰ ਕਹਿੰਦੇ ਸਬਜੈਕਟਿਵ ਟਰਮ ਹੈ। ਜਿਹੜੇ ਬੀਜੇਪੀ ਜਾਂ ਉਹਦੇ ਸਹਿਯੋਗੀ ਜਾਂ ਬੀਜੇਪੀ ਦਾ ਜਿਹੜਾ ਆਈਟੀ ਸੈੱਲ ਹੈ ਉਹ ਤਾਂ ਗੁਣਗਾਨ ਕਰਦਾ ਨਹੀਂ ਥੱਕਦਾ ਕਿ ਇਹਦੇ ਨਾਲੋਂ ਵਧੀਆ ਸਰਕਾਰ ਹੋ ਹੀ ਨਹੀਂ ਸਕਦੀ, ਦਿਸ ਇਜ਼ ਅ ਵੈਰੀ ਗੁੱਡ ਗਵਰਨੈਂਸ। ਨਹੀਂ, ਪਰ ਇਹ ਕੋਈ ਸਧਾਰਨ ਬੰਦਾ ਤਾਂ ਕਹਿ ਨਹੀਂ ਰਿਹਾ, ਚੀਫ ਜਸਟਿਸ ਆਫ ਇੰਡੀਆ ਕਹਿ ਰਹੇ ਨੇ। ਦੇਖੋ ਮੈਂ ਤੁਹਾਨੂੰ ਦੱਸਣਾ ਵੀ ਉਹਨਾਂ ਨੇ ਤਾਂ ਇੱਕ ਇਹ ਗੱਲ ਕੀਤੀ ਹੈ ਵੀ ਗੁੱਡ ਗਵਰਨੈਂਸ ਦੀ ਜਿਹੜੀ ਗੱਲ ਹੈਗੀ ਹੈ, ਉਹਨਾਂ ਨੇ ਹੁਣ ਗੁੱਡ ਗਵਰਨੈਂਸ ਨੇ ਉਹਨਾਂ ਨੇ ਡਿਫਾਈਨ ਨਹੀਂ ਕੀਤਾ ਗੁੱਡ ਗਵਰਨੈਂਸ ਕੀ ਹੈ। ਲੇਕਿਨ ਮੈਂ ਇਹ ਗੱਲ ਕਹਾਂਗਾ ਕਿ ਗੁੱਡ ਗਵਰਨੈਂਸ ਜਿਹੜੀ ਹੈਗੀ ਹੈ ਉਹ ਹੈ ਜਿਹਦੇ ਵਿੱਚ ਆਪਾਂ ਪਹਿਲਾਂ ਵੀ ਡਿਸਕਸ ਕਰ ਸਕਦੇ ਹਾਂ, ਸਾਰੇ ਸਟੇਕ ਹੋਲਡਰਸ ਜਿਹੜੇ ਹੈਗੇ ਉਹਨਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ। ਗੁੱਡ ਗਵਰਨੈਂਸ ਉਹ ਹੈਗੀ ਹੈ ਕਿ ਉਹਦੇ ਵਿੱਚ ਜਨਤਾ ਦਾ ਭਲਾ ਹੋਵੇ ਵੀ ਤੇ ਦਿਖੇ ਵੀ। ਗੁੱਡ ਗਵਰਨੈਂਸ ਉਹ ਹੈਗੀ ਹੈ ਜਿਹਦੇ ਵਿੱਚ ਸੰਵਿਧਾਨ ਦਾ ਜਿਹੜਾ ਬੇਸਿਕ ਸਟਰਕਚਰ ਹੈ ਉਹਦੇ ਵਿੱਚ ਨਾਲ ਟਿੰਕਰਿੰਗ ਨਾ ਕੀਤੀ ਜਾਵੇ। ਗੁੱਡ ਗਵਰਨਿੰਗ ਦੇਖੋ, ਆਪਣਾ ਸਾਰਾ ਸੰਵਿਧਾਨਕ ਢਾਂਚਾ, ਸਾਰਾ ਐਡਮਿਨਿਸਟ੍ਰੇਟਿਵ ਸਟਰਕਚਰ ਜਿਹੜਾ ਹੈਗਾ ਉਹ ਸਾਡੇ ਪਾਰਲੀਮੈਂਟਰੀ ਫਾਰਮ ਦੇ ਉੱਪਰ ਖੜਾ ਹੈ। ਔਰ ਪਾਰਲੀਮੈਂਟਰੀ ਫਾਰਮ ਨੂੰ ਅਗਰ ਤੁਸੀਂ ਧੱਕਾ ਲਾਉਣੇ ਹੋ ਔਰ ਉਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਸਿਲੰਡਰ ਵੀ ਦੇਈ ਚੱਲੋ ਤਾਂ ਗੁੱਡ ਗਵਰਨੈਂਸ ਨਹੀਂ ਹੈ, ਉਹ ਫ੍ਰੀ ਵੀ ਹੈ। ਉਹ ਤੁਸੀਂ ਅੱਜ ਇੱਕ ਨਵਾਂ ਜਿਹੜਾ ਹੈਗਾ ਰਿਵਾਜ ਚੱਲ ਪਿਆ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਕਿ ਜਿਸ ਵੇਲੇ ਇਲੈਕਸ਼ਨ ਆਉਂਦਾ ਹੈ ਤਾਂ ਤੁਸੀਂ ਉਹ ਵਾਅਦੇ ਕਰ ਲਓ ਜਿਹੜੇ ਅੱਗੇ ਤੋਂ ਪੂਰੇ ਨਹੀਂ ਹੋ ਸਕਦੇ। ਤੁਸੀਂ ਕੋਈ ਕੁਝ ਫ੍ਰੀ ਦੇ ਰਿਹਾ ਹੈ, ਕੋਈ ਕੁਝ ਫ੍ਰੀ ਦੇ ਰਿਹਾ ਹੈ, ਉਹ ਗੁੱਡ ਗਵਰਨੈਂਸ ਨਹੀਂ ਹੈ। ਤੁਸੀਂ ਦੇਸ਼ ਦੀ ਇਕਨੋਮੀ ਦਾ ਵੀ ਦੇਖਣਾ ਹੈ, ਸਟੇਟ ਦੀ ਇਕਨੋਮੀ ਦਾ ਵੀ ਦੇਖਣਾ ਹੈ,
ਕਿਆ ਇਹਦਾ ਕਿੰਨਾ ਕੁ ਫਰਕ ਪਏਗਾ, ਨਹੀਂ ਪਏਗਾ। ਕਿਆ ਅਸੀਂ ਵੋਟਰ ਨੂੰ ਇੱਕ ਤਰ੍ਹਾਂ ਰਿਸ਼ਵਤ ਦੇ ਕੇ ਉਹਦੀ ਵੋਟ ਲੈ ਰਹੇ ਹਾਂ, ਜਾਂ ਤੁਸੀਂ ਉਹਨੂੰ ਫ੍ਰੀ ਕੁਝ ਦੇ ਰਹੇ ਹੋ, ਜਾਂ ਉਹਦਾ ਸਟੇਟ ਦੀ ਇਕਨੋਮੀ ਨੂੰ ਬਿਲਡ ਕਰਨ ਦਾ ਕੰਮ ਕਰ ਰਹੇ ਹੋ। ਤਾਂ ਗੁੱਡ ਗਵਰਨੈਂਸ ਦੇ ਕਾਫੀ ਮੀਨਿੰਗ ਹੈ। ਗੁੱਡ ਗਵਰਨੈਂਸ ਦੇ ਵਿੱਚ ਇਕਨੋਮੀ ਵੀ ਆਉਂਦੀ ਹੈ, ਪੋਲਿਟਿਕਸ ਵੀ ਆਉਂਦੀ ਹੈ, ਸੋਸਾਇਟੀ ਵੀ ਹੈ। ਤੁਹਾਨੂੰ ਇੱਕ ਮੈਂ ਬਹੁਤ ਵੱਡੀ ਐਗਜ਼ਾਮਪਲ ਦਾਂ ਜੀ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਿੰਦੂ ਮੁਸਲਿਮ ਔਰ ਇਹ ਸਾਰਾ ਡਿਬੇਟ ਰੋਜ਼ ਤੁਸੀਂ ਟੀਵੀ ਚੈਨਲਸ ਦੇ ਉੱਪਰ ਸ਼ਾਮ ਨੂੰ ਦੇਖਦੇ ਹੋ, ਕੋਈ ਨਾ ਕੋਈ ਇਸ਼ੂ, ਕੋਈ ਨਾ ਕੋਈ ਐਸਪੈਕਟ ਲੈ ਕੇ ਉਹਦੇ ਉੱਪਰ ਜੋ ਡਿਸਕਸ਼ਨ ਕਰਵਾਈ ਜਾਂਦੀ ਹੈ। ਔਰ ਜੇ ਮੀਡੀਆ ਐਂਕਰਸ ਹੈ ਉਹ ਬੜੇ ਪੁਆਇੰਟਡ ਸਵਾਲ, ਲੋਡਡ ਸਵਾਲ, ਉਹ ਸਵਾਲ ਜਿਹੜੇ ਉਹਨਾਂ ਦੀ ਮਨਸ਼ਾ ਦੇ ਮੁਤਾਬਕ ਉਹ ਜਵਾਬ ਲੈਣਾ ਚਾਹੁੰਦੇ ਉਹ ਪੁੱਛਦੇ ਹਨ। ਤਾਂ ਔਰ ਸਮਾਜ ਦੇ ਵਿੱਚ ਜੋ ਦਰਾੜ ਆਈ ਹੈ ਔਰ ਉਹਨੂੰ ਹੋਰ ਜ਼ਿਆਦਾ ਕ੍ਰੀਏਟ ਕੀਤਾ ਜਾ ਰਿਹਾ ਹੈ, ਉਹ ਗੁੱਡ ਗਵਰਨੈਂਸ ਦਾ ਪਾਰਟ ਨਹੀਂ ਹੈ। ਗੁੱਡ ਗਵਰਨੈਂਸ ਹੈ ਸਮਾਜ ਨੂੰ ਜੋੜਨਾ। ਗੁੱਡ ਗਵਰਨੈਂਸ ਜਿਹੜਾ ਹੈਗਾ ਉਹ ਹੈਗਾ ਕਿ ਕਿਉਂਕਿ ਸਮਾਜ ਦੇ ਜਿੰਨੇ ਵੀ ਘਟਕ ਹੈ, ਜਿੰਨੀਆਂ ਵੀ ਕਮਿਊਨਿਟੀਜ਼ ਹੈ, ਚਾਹੇ ਰਿਲੀਜਨ ਬੇਸਡ ਹੈ, ਚਾਹੇ ਕਾਸਟ ਬੇਸਡ ਹੈ, ਚਾਹੇ ਰੇਸ਼ੀਅਲ ਬੇਸਡ ਹੈ, ਉਹ ਕੋਈ ਵੀ ਕਿਤੇ ਨਹੀਂ ਜਾਏਗਾ, ਉਹ ਇਸ ਦੇਸ਼ 'ਚ ਹੀ ਰਹੇਗਾ। ਤੁਸੀਂ ਕਿਸੇ ਨੂੰ ਵੀ ਵਿਸ਼ ਅਵੇ ਨਹੀਂ ਕਰ ਸਕਦੇ। ਤਾਂ ਜਦ ਆਪਾਂ ਨੇ ਸਾਰਿਆਂ ਨੇ ਇਕੱਠੇ ਰਹਿਣਾ ਹੀ ਰਹਿਣਾ ਹੈ ਔਰ ਵੀ ਆਰ ਡੈਸਟਾਈਨਡ ਟੂ ਲਿਵ ਟੂਗੇਦਰ, ਤਾਂ ਸਾਨੂੰ ਜੋੜਨ ਦੀ ਗੱਲ ਕਰਨੀ ਚਾਹੀਦੀ ਹੈ, ਨਾ ਕਿ ਤੋੜਨ ਦੀ। ਇੱਥੇ ਜਿਹੜਾ ਹੈਗਾ, ਇੱਥੇ ਪੂਰਾ ਜ਼ੋਰ ਲਾਇਆ ਜਾ ਰਿਹਾ ਵੀ ਤੋੜ ਕੇ ਰੱਖੋ ਤਾਂ ਕਿ ਇੱਕ ਮੈਜੋਰਿਟੇਰੀਅਨ ਪੋਲਿਟਿਕਸ ਕੀਤੀ ਜਾਵੇ ਔਰ ਸੱਤਾ ਜਿਹੜੀ ਹੈਗੀ ਹੈ ਉਹਨੂੰ ਆਪਣੇ ਹੱਥ ਦੇ ਵਿੱਚ ਪਕਸ਼ ਦੇ ਵੀ ਕੀਤਾ ਜਾਵੇ। ਇੱਕ ਛੋਟੇ ਤੋਂ ਛੋਟਾ ਇਨਸੀਡੈਂਟ ਵੀ ਨਹੀਂ ਜਾਣ ਦਿੱਤਾ ਜਾਂਦਾ ਜਿਹਦੇ ਨਾਲ ਤੁਸੀਂ ਸਮਾਜ ਨੂੰ ਰਿਲੀਜਨ ਦੇ ਬੇਸ ਤੇ ਪੁਆੜ ਨਾ ਪਾ ਦੀ ਕੋਸ਼ਿਸ਼ ਨਾ ਕਰੋ। ਇਹ ਸਰਕਾਰ ਵੱਲੋਂ ਵੀ ਹੋ ਰਿਹਾ, ਇਹ ਮੀਡੀਆ ਵੱਲੋਂ ਵੀ ਹੋ ਰਿਹਾ, ਖਾਸ ਤੌਰ ਪਰ ਜਿਹੜਾ ਤੁਹਾਡਾ ਇਲੈਕਟ੍ਰੋਨਿਕ ਮੀਡੀਆ ਹੈਗਾ। ਔਰ ਇਹ ਬੜਾ ਮੰਦਭਾਗਾ, ਇਹਦੇ ਨਾਲ ਸਾਡੀ ਪਾਰਲੀਮੈਂਟਰੀ ਡੈਮੋਕ੍ਰੇਸੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ। ਜੀ ਫਿਰ ਸਾਹਿਬ, ਆਪਣੇ ਸ਼ੋਅ ਦਾ ਸਮਾਂ ਵੀ ਸਮਾਪਤ ਹੋ ਰਿਹਾ। ਤੁਸੀਂ ਹੋਰ ਕੋਈ ਆਖਰੀ ਟਿੱਪਣੀ ਜਿਹੜੀ ਤੁਹਾਡੇ ਵੱਲੋਂ ਹੋਵੇ, ਤੁਸੀਂ ਇਹ ਸਾਰੀ ਜਿਹੜੀ ਸਥਿਤੀ ਬਣੀ ਹੈ ਔਰ ਜੋ ਕੁਝ ਐਨਵੀ ਰਮੰਨਾ ਉਹਨਾਂ ਨੇ ਕਿਹਾ, ਸੰਖੇਪ 'ਚ ਕੁਝ ਕਹਿਣਾ ਚਾਹੋ। ਦੇਖੋ, ਚੀਫ ਜਸਟਿਸ ਆਫ ਇੰਡੀਆ ਨੇ ਜਿਹੜੀ ਗੱਲ ਕਹੀ ਹੈ, ਉਹਨਾਂ ਨੇ ਮਹਿਸੂਸ ਕੀਤੀ ਇਸ ਚੀਜ਼ ਨੂੰ। ਜਿਹੜੀ ਸਾਡੀ ਕਾਰਜਪਾਲਿਕਾ ਹੈ ਤੇ ਸਾਡੇ ਜਿਹੜੀ ਹੈਗੀ ਹੈ ਵਿਧਾਨ ਪਾਲਿਕਾ ਹੈ, ਉਹਨਾਂ ਨੂੰ ਸੀਰੀਅਸਲੀ ਸੁਣਨਾ ਚਾਹੀਦਾ ਔਰ ਉਹਦੇ ਉੱਪਰ ਅਮਲ ਕਰਨਾ ਚਾਹੀਦਾ ਹੈ। ਕਿਉਂਕਿ ਅਗਰ ਸਾਡੀ ਪਾਰਲੀਮੈਂਟਰੀ ਡੈਮੋਕ੍ਰੇਸੀ ਨਗਾਰ ਵੱਲ ਚਲੀ ਗਈ ਔਰ ਅਸੀਂ ਉਹ ਡਿਵਿਜ਼ਿਵ ਪੋਲਿਟਿਕਸ ਕੀਤੀ ਜਾਏ, ਜੀ ਆਪਾਂ ਸ਼੍ਰੀਲੰਕਾ ਦੇ ਵਿੱਚ ਦੇਖ ਚੁੱਕੇ ਹਾਂ ਔਰ ਉਹਦਾ परिणाम ਵੀ ਦੇਖ ਚੁੱਕੇ ਹਾਂ, ਤਾਂ ਫਿਰ ਅਸੀਂ ਵੀ ਨਗਾਰ ਵੱਲ ਹੀ ਜਾ ਰਹੇ ਹਾਂ। ਇਸ ਕਰਕੇ ਅੱਜ ਦੀ ਤਰੀਕ ਦੇ ਵਿੱਚ ਜਿਹੜਾ CJI ਦਾ ਵਕਤਵਯ ਹੈ, ਉਹਨਾਂ ਨੇ ਜੋ ਗੱਲ ਕੀਤੀ ਹੈ, ਉਹ ਬਹੁਤ ਹੀ ਰੈਲੇਵੈਂਟ ਹੈ ਔਰ ਸਾਡੀ ਡੈਮੋਕ੍ਰੇਸੀ ਵਾਸਤੇ ਬਹੁਤ ਜ਼ਰੂਰੀ ਹੈ। ਇੱਥੇ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ। ਜਿਹੜੇ ਵੀ ਦੋਸਤ ਸਾਡੇ ਇਸ ਸ਼ੋਅ ਨਾਲ ਜੁੜੇ, ਜੇ ਦੋਸਤੋ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੁਹਾਡਾ ਧੰਨਵਾਦ। ਪ੍ਰੋਫੈਸਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ ਜੰਡੂ ਸਾਹਿਬ।